ਮੇਰੇ ਪਿਤਾ ਨੂੰ ਲੱਗਿਆ ਕਿ ਮੈਂ ਪੇਟ ਤੋਂ ਹਾਂ। ਬਦਨਾਮੀ ਦੇ ਡਰ ਤੋਂ ਮੇਰੇ ਪਿਤਾ ਨੇ ਮੇਰਾ ਵਿਆਹ ਨੌਕਰ ਨਾਲ ਕਰਵਾ ਦਿੱਤਾ। ਮੈਂ ਬੇਕਸੂਰ ਸੀ। ਪਰ ਜਦੋਂ ਵਿਆਹ ਦੇ 6 ਮਹੀਨੇ ਬਾਅਦ ਮੇਰੇ ਕੋਲ ਬੱਚਾ ਪੈਦਾ ਹੋਇਆ ਤਾਂ ਬੱਚੇ ਨੂੰ ਦੇਖ ਕੇ ਮੇਰੇ ਹੋਸ਼ ਉੱਡ ਗਏ, ਕਿਉਂਕਿ ਇਹ ਬੱਚਾ ਤਾਂ ਮੈਂ ਥੱਕੀ ਹਾਰੀ ਕਾਲਜ ਤੋਂ ਆਈ ਤਾਂ ਘਰ ਵਿੱਚ ਪਾਪਾ ਨੂੰ ਦੇਖ ਕੇ ਹੈਰਾਨ ਸੀ, ਕਿਉਂਕਿ ਪਾਪਾ ਤਾਂ ਇਸ ਟਾਈਮ ਦਫ਼ਤਰ ਵਿੱਚ ਰਹਿੰਦੇ ਸੀ। ਇਸ ਤਪਦੀ ਦੁਪਹਿਰ ਵਿੱਚ ਘਰ ਕਿਵੇਂ ਚੱਲ ਆਏ? ਗਰਮੀ ਅਤੇ ਪਸੀਨੇ ਕਾਰਨ ਮੇਰੀ ਹਾਲਤ ਬਹੁਤ ਖਰਾਬ ਸੀ। ਪਾਪਾ ਨੇ ਮੈਨੂੰ ਗਹਿਰੀ ਨਜ਼ਰ ਨਾਲ ਦੇਖਿਆ, ਜਿਵੇਂ ਕਿ ਉਹ ਮੇਰੇ ਅੰਦਰ ਝਾਕਣਾ ਚਾਹੁੰਦੇ ਹੋਣ, ਅਤੇ ਮੈਨੂੰ ਦੇਖਦੇ ਹੀ ਬਹੁਤ ਅਜੀਬ ਲਫ਼ਜ਼ਾਂ ਵਿੱਚ ਪੁੱਛਣ ਲੱਗੇ, ਮਾਨਸੀ, ਅੱਜ ਤੈਨੂੰ ਕਾਲਜ ਤੋਂ ਘਰ ਆਉਣ ਵਿੱਚ ਇੰਨੀ ਦੇਰ ਕਿਉਂ ਹੋ ਗਈ? ਪਿਤਾ ਜੀ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਪਰੇਸ਼ਾਨ ਉਹਨਾਂ ਸਾਹਮਣੇ ਬੈਠ ਕੇ ਦੱਸਣ ਲੱਗੀ ਕਿ ਅੱਜ ਕਾਲਜ ਵਿੱਚ ਐਕਸਟਰਾ ਕਲਾਸ ਸੀ, ਇਸ ਲਈ ਮੈਨੂੰ ਘਰ ਆਉਣ ਵਿੱਚ ਦੇਰ ਹੋ ਗਈ। ਪਾਪਾ ਨੇ ਸਿਰ ਤੋਂ ਪੈਰਾਂ ਤੱਕ ਮੇਰੇ ਵੱਲ ਦੇਖਿਆ ਅਤੇ ਕਹਿਣ ਲੱਗੇ, ਬਸ ਇੰਨੀ ਜਿਹੀ ਗੱਲ ਹੈ? ਮੈਨੂੰ ਉਹਨਾਂ ਦਾ ਇਹ ਪੁੱਛਣ ਦਾ ਅੰਦਾਜ਼ ਬਿਲਕੁਲ ਚੰਗਾ ਨਹੀਂ ਲੱਗਾ, ਪਰ ਇਹ ਕੋਈ ਨਵੀਂ ਗੱਲ ਨਹੀਂ ਸੀ। ਕਾਫੀ ਸਾਲਾਂ ਤੋਂ ਮੈਂ ਉਹਨਾਂ ਦੇ ਇਸ ਰਵੱਈਏ ਤੋਂ ਪਰੇਸ਼ਾਨ ਸੀ। ਪਾਪਾ ਨੂੰ ਮੇਰੀ ਗੱਲਾਂ 'ਤੇ ਬਹੁਤ ਹੀ ਘੱਟ ਵਿਸ਼ਵਾਸ ਹੁੰਦਾ ਸੀ। ਉਹ ਇਸ ਤਰ੍ਹਾਂ ਸਵਾਲ ਕਰਦੇ ਜਿਵੇਂ ਮੈਂ ਉਹਨਾਂ ਤੋਂ ਕੁਝ ਲੁਕਾ ਰਹੀ ਹੋਵਾਂ। ਮੈਂ ਕਿਹਾ, ਹਾਂਜੀ ਪਾਪਾ, ਬਸ ਇੰਨੀ ਜਿਹੀ ਗੱਲ ਹੈ। ਆਖਿਰ ਹੋਰ ਕਿਆ ਗੱਲ ਹੋ ਸਕਦੀ ਹੈ? ਡਰਾਈਵਰ ਮੇਰੇ ਨਾਲ ਹੁੰਦਾ ਹੈ, ਤੁਸੀਂ ਚਾਹੋ ਤਾਂ ਉਸ ਨੂੰ ਪੁੱਛ ਸਕਦੇ ਹੋ। ਮੈਨੂੰ ਕਾਲਜ ਛੱਡਣ ਵਾਲਾ ਅਤੇ ਵਾਪਸ ਲੈ ਕੇ ਆਉਣ ਵਾਲਾ ਡਰਾਈਵਰ 24 ਤੋਂ 25 ਸਾਲ ਦਾ ਜਵਾਨ ਮੁੰਡਾ ਸੀ। ਉਸਦਾ ਨਾਮ ਅਲੋਕ ਸੀ, ਪਰ ਪਾਪਾ ਨੂੰ ਉਸ ਉੱਪਰ ਬਹੁਤ ਜ਼ਿਆਦਾ ਵਿਸ਼ਵਾਸ ਸੀ। ਇਸ ਤੋਂ ਪਹਿਲਾਂ ਉਸਦੇ ਪਿਤਾ ਜੀ ਸਾਡੇ ਇੱਥੇ ਨੌਕਰੀ ਕਰਦੇ ਸੀ। ਉਹ ਲੋਕ ਬਹੁਤ ਸ਼ਰੀਫ ਲੋਕ ਸੀ। ਜਦ ਤੋਂ ਮੈਂ ਕਾਲਜ ਆਉਣਾ ਜਾਣਾ ਸ਼ੁਰੂ ਕੀਤਾ ਸੀ, ਅਲੋਕ ਹੀ ਮੈਨੂੰ ਕਾਲਜ ਲਿਜਾਣ ਅਤੇ ਵਾਪਸ ਘਰ ਲੈ ਕੇ ਆਉਣ ਦੀ ਜ਼ਿੰਮੇਵਾਰੀ ਚੁੱਕ ਰਿਹਾ ਸੀ। ਇੰਨਾ ਭਰੋਸਾ ਦਿਵਾਉਣ ਤੋਂ ਬਾਅਦ ਪਾਪਾ ਨੂੰ ਮੇਰੀ ਗੱਲਾਂ 'ਤੇ ਭਰੋਸਾ ਹੋਇਆ। ਫਿਰ ਉਹਨਾਂ ਨੇ ਕਿਹਾ, ਠੀਕ ਹੈ, ਕਮਰੇ ਵਿੱਚ ਜਾਓ ਅਤੇ ਫਰੈਸ਼ ਹੋ ਜਾ, ਫਿਰ ਇਕੱਠੇ ਬੈਠ ਕੇ ਖਾਣਾ ਖਾਂਦੇ ਹਾਂ। ਮੈਨੂੰ ਆਪਣੇ ਪਾਪਾ ਦਾ ਇਹ ਅੰਦਾਜ਼ ਬਿਲਕੁਲ ਚੰਗਾ ਨਹੀਂ ਲੱਗਿਆ। ਕਹਿਣ ਨੂੰ ਤਾਂ ਉਹ ਮੇਰੇ ਪਿਤਾ ਸੀ, ਪਰ ਪਿਆਰ ਕਰਨਾ ਤਾਂ ਬਹੁਤ ਦੂਰ ਦੀ ਗੱਲ। ਉਹ ਮੇਰੇ ਨਾਲ ਸਖਤੀ ਨਾਲ ਪੇਸ਼ ਆਉਂਦੇ ਸੀ। ਮੇਰੀ ਹਰ ਨਿੱਕੀ ਨਿੱਕੀ ਹਰਕਤ 'ਤੇ ਉਹਨਾਂ ਦੀ ਨਜ਼ਰ ਹੁੰਦੀ ਸੀ। ਰਾਤ ਨੂੰ ਉਹ ਕਈ ਵਾਰ ਮੇਰੇ ਕਮਰੇ ਦਾ ਚੱਕਰ ਲਗਾਉਂਦੇ। ਪਤਾ ਨਹੀਂ ਕਿਉਂ ਪਾਪਾ ਨੂੰ ਮੇਰੇ 'ਤੇ ਵਿਸ਼ਵਾਸ ਨਹੀਂ ਸੀ। ਜਦੋਂ ਮੇਰਾ ਗੁੱਸਾ ਥੋੜ੍ਹਾ ਠੰਡਾ ਹੋਇਆ ਤਾਂ ਮੈਂ ਫਰੈਸ਼ ਹੋ ਗਈ ਅਤੇ ਬਾਹਰ ਖਾਣਾ ਖਾਣ ਲਈ ਡਾਈਨਿੰਗ ਟੇਬਲ 'ਤੇ ਬੈਠ ਗਈ। ਪਾਪਾ ਵਾਰ-ਵਾਰ ਮੇਰੇ ਵੱਲ ਦੇਖ ਰਹੇ ਸਨ, ਜਿਵੇਂ ਉਹ ਮੈਨੂੰ ਕੁਝ ਕਹਿਣਾ ਚਾਹੁੰਦੇ ਸੀ। ਮੈਂ ਕਈ ਵਾਰ ਉਹਨਾਂ ਤੋਂ ਪੁੱਛਿਆ ਵੀ, ਆਖਿਰ ਕਿਆ ਗੱਲ ਹੈ? ਪਰ ਉਹਨਾਂ ਨੇ ਮੇਰੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਜਦੋਂ ਤੋਂ ਮੇਰੀ ਮਾਂ ਇਸ ਦੁਨੀਆ ਤੋਂ ਗਈ ਸੀ, ਪਾਪਾ ਨੇ ਹੀ ਮੈਨੂੰ ਪਾਲ ਪੋਸ ਕੇ ਵੱਡਾ ਕੀਤਾ ਸੀ। ਮਾਂ ਦੀ ਮੌਤ ਵੇਲੇ ਮੇਰੀ ਉਮਰ 10 ਸਾਲ ਦੇ ਕਰੀਬ ਸੀ, ਪਰ ਹੁਣ ਮੈਂ 17 ਸਾਲ ਦੀ ਹੋ ਗਈ ਸੀ। ਪਾਪਾ ਜੀ ਹਰ ਵੇਲੇ ਮੇਰੇ ਨਾਲ ਸਖਤੀ ਨਾਲ ਪੇਸ਼ ਆਉਂਦੇ ਸਨ। ਉਹਨਾਂ ਦੇ ਇਸ ਰਵੱਈਏ ਨਾਲ ਮੈਂ ਆਪਣੇ ਹੀ ਘਰ ਵਿੱਚ ਘੁਟਨ ਮਹਿਸੂਸ ਕਰਦੀ। ਕਾਲਜ ਵਿੱਚ ਮੇਰੀ ਇੱਕ ਸਹੇਲੀ ਸੀ, ਸ਼ਵੇਤਾ। ਉਸ ਨਾਲ ਮੇਰੀ ਗਹਿਰੀ ਦੋਸਤੀ ਸੀ। ਕਦੇ-ਕਦੇ ਮੈਂ ਸ਼ਵੇਤਾ ਦੇ ਘਰ ਚਲੀ ਜਾਂਦੀ। ਸ਼ਵੇਤਾ ਦਾ ਇੱਕ ਭਰਾ ਸੀ, ਆਸ਼ੂਤੋਸ਼। ਜਦ ਵੀ ਮੈਂ ਸ਼ਵੇਤਾ ਦੇ ਘਰ ਜਾਂਦੀ, ਆਸ਼ੂਤੋਸ਼ ਵੀ ਸਾਡੇ ਨਾਲ ਗੱਲਾਂ ਕਰਨ ਲੱਗਦਾ। ਕਦੀ-ਕਦੀ ਆਸ਼ੂਤੋਸ਼ ਸ਼ਵੇਤਾ ਨੂੰ ਕਾਲਜ ਛੱਡਣ ਆਉਂਦਾ। ਆਸ਼ੂਤੋਸ਼ ਦੀ ਗੱਲਾਂ ਤੋਂ ਲੱਗਦਾ ਸੀ ਕਿ ਉਹ ਮੈਨੂੰ ਪਸੰਦ ਕਰਦਾ ਹੈ। ਉਹ ਇੱਕ ਚੰਗਾ ਮੁੰਡਾ ਸੀ, ਪਰ ਪਾਪਾ ਦੇ ਡਰ ਤੋਂ ਮੈਂ ਉਸ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੀ। ਪਰ ਇੱਕ ਦਿਨ ਮੇਰੀ ਮਾੜੀ ਕਿਸਮਤ ਸੀ। ਪਤਾ ਨਹੀਂ ਕਿਆ ਸੀ, ਮੈਨੂੰ ਨਹੀਂ ਪਤਾ। ਪਾਪਾ ਮੇਰੇ ਪਿੱਛੇ-ਪਿੱਛੇ ਕਾਲਜ ਆ ਗਏ ਅਤੇ ਉਹਨਾਂ ਨੇ ਮੈਨੂੰ ਆਸ਼ੂਤੋਸ਼ ਦੇ ਨਾਲ ਗੱਲ ਕਰਦੇ ਹੋਏ ਦੇਖ ਲਿਆ। ਪਾਪਾ ਮੇਰੇ ਕਾਲਜ ਕਿਉਂ ਆਏ, ਇਹ ਤਾਂ ਮੈਨੂੰ ਨਹੀਂ ਪਤਾ ਸੀ, ਪਰ ਉਸ ਦਿਨ ਤੋਂ ਮੇਰੀ ਜ਼ਿੰਦਗੀ ਵਿੱਚ ਕਿਆਮਤ ਆ ਗਈ। ਆਸ਼ੂਤੋਸ਼ ਦੇ ਨਾਲ ਗੱਲ ਕਰਦੇ ਦੇਖ ਗੁੱਸੇ ਵਿੱਚ ਪਾਪਾ ਨੇ ਮੈਨੂੰ ਗੱਡੀ ਵਿੱਚ ਬਿਠਾਇਆ ਅਤੇ ਆਪਣੇ ਨਾਲ ਘਰ ਲੈ ਕੇ ਆ ਗਏ। ਉਸ ਦਿਨ ਤੋਂ ਪਾਪਾ ਨੇ ਮੇਰਾ ਕਾਲਜ ਆਉਣਾ ਜਾਣਾ ਬੰਦ ਕਰਵਾ ਦਿੱਤਾ। ਉਹਨਾਂ ਨੂੰ ਸ਼ੱਕ ਸੀ ਕਿ ਆਸ਼ੂਤੋਸ਼ ਨਾਲ ਮੇਰਾ ਕੋਈ ਰਿਸ਼ਤਾ ਜਾਂ ਚੱਕਰ ਹੈ। ਮੈਂ ਆਪਣੇ ਪਾਪਾ ਨੂੰ ਲੱਖ ਸਮਝਾਉਣ ਦੀ ਕੋਸ਼ਿਸ਼ ਕੀਤੀ,
ਪਰ ਪਾਪਾ ਨੇ ਮੇਰੀ ਇੱਕ ਨਹੀਂ ਸੁਣੀ ਅਤੇ ਗੁੱਸੇ ਵਿੱਚ ਮੈਨੂੰ ਕਹਿਣ ਲੱਗੇ, ਮੈਂ ਆਪਣੀ ਇੱਜ਼ਤ ਨੂੰ ਦਾਅ ਪਰ ਲੱਗਦੇ ਨਹੀਂ ਦੇਖ ਸਕਦਾ। ਤੂੰ ਮੇਰੇ ਭਰੋਸੇ ਨੂੰ ਤੋੜਿਆ ਹੈ। ਤੇਰੀ ਮਾਂ ਦੇ ਗੁਜ਼ਰਨ ਤੋਂ ਬਾਅਦ ਮੈਂ ਹਰ ਦਿਨ ਤੇਰੀ ਚਿੰਤਾ ਵਿੱਚ ਬਿਤਾਇਆ ਹੈ। ਇੰਨੀਆਂ ਬੰਦਿਸ਼ਾਂ ਤੋਂ ਬਾਅਦ ਅੱਜ ਤੂੰ ਮੇਰਾ ਮੂੰਹ 'ਤੇ ਕਲੰਕ ਲਗਾ ਦਿੱਤਾ। ਪਾਪਾ ਦੀ ਇਸ ਗੱਲ ਨੇ ਮੈਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ। ਮੇਰਾ ਰੋਣਾ ਧੋਣਾ ਕਿਸੇ ਕੰਮ ਨਹੀਂ ਆਇਆ ਅਤੇ ਬਿਨਾਂ ਕਿਸੇ ਕਸੂਰ ਤੋਂ ਮੇਰੀ ਪੜ੍ਹਾਈ ਅੱਧ ਵਿਚਾਲੇ ਅਧੂਰੀ ਰਹਿ ਗਈ। ਜਦੋਂ ਕਿ ਆਸ਼ੂਤੋਸ਼ ਨਾਲ ਮੇਰਾ ਇਹੋ ਜਿਹਾ ਕੋਈ ਰਿਸ਼ਤਾ ਜਾਂ ਚੱਕਰ ਨਹੀਂ ਸੀ ਕਿ ਮੈਨੂੰ ਆਪਣੇ ਪਿਤਾ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਵੇ ਜਾਂ ਮੇਰੇ ਪਿਤਾ ਦੀ ਇੱਜ਼ਤ 'ਤੇ ਕੋਈ ਆਂਚ ਆਉਂਦੀ। ਮੈਂ ਘਰ ਵਿੱਚ ਬੰਦ ਹੋ ਕੇ ਰਹਿ ਗਈ ਅਤੇ ਹਰ ਵੇਲੇ ਚੁੱਪਚਾਪ ਆਪਣੇ ਕਮਰੇ ਵਿੱਚ ਪਈ ਰਹਿੰਦੀ। ਸਾਡੇ ਘਰ ਪੈਸੇ ਦੀ ਕੋਈ ਕਮੀ ਨਹੀਂ ਸੀ, ਪਰ ਇੱਕ ਆਜ਼ਾਦੀ ਸੀ ਜਿਸ ਲਈ ਮੈਂ ਤਰਸ ਰਹੀ ਸੀ। ਜਦੋਂ ਮੇਰੇ ਪਿਤਾ ਜੀ ਨੇ ਮੇਰੇ 'ਤੇ ਭਰੋਸਾ ਨਹੀਂ ਕੀਤਾ ਤਾਂ ਮੈਂ ਦੂਜਿਆਂ ਤੋਂ ਕੀ ਆਸ ਰੱਖਦੀ। ਇੱਕ ਦਿਨ ਮੇਰੇ ਪਿਤਾ ਜੀ ਦੇ ਦੋਸਤ ਪ੍ਰਮੋਦ ਅੰਕਲ, ਜੋ ਮੇਰੇ ਪਿਤਾ ਜੀ ਦੇ ਬਿਜ਼ਨਸ ਪਾਰਟਨਰ ਵੀ ਸਨ, ਸਾਡੇ ਘਰ ਆਏ। ਉਹ ਮੈਨੂੰ ਮੇਰੀ ਪੜ੍ਹਾਈ ਬਾਰੇ ਪੁੱਛਣ ਲੱਗੇ। ਮੈਂ ਰੋਂਦੇ ਹੋਏ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ। ਉਹ ਪਿਤਾ ਜੀ ਦਾ ਪੁਰਾਣਾ ਦੋਸਤ ਸੀ ਅਤੇ ਅਕਸਰ ਸਾਡੇ ਘਰ ਆਉਂਦੇ ਰਹਿੰਦੇ ਸੀ, ਇਸ ਲਈ ਮੈਨੂੰ ਉਹਨਾਂ ਤੋਂ ਕੋਈ ਝਿਜਕ ਨਹੀਂ ਸੀ। ਮੈਂ ਆਪਣੇ ਦਿਲ ਦੀ ਗੱਲ ਆਸਾਨੀ ਨਾਲ ਉਹਨਾਂ ਨੂੰ ਦੱਸ ਦਿੰਦੀ ਸੀ। ਪ੍ਰਮੋਦ ਅੰਕਲ ਨੂੰ ਜਦ ਮੇਰੀ ਪੜ੍ਹਾਈ ਬਾਰੇ ਪਤਾ ਚੱਲਿਆ ਤਾਂ ਉਹਨਾਂ ਨੇ ਕਿਹਾ, ਫਿਕਰ ਨਾ ਕਰ, ਤੇਰੇ ਪਿਤਾ ਨਾਲ ਗੱਲ ਕਰਕੇ ਮੈਂ ਤੇਰੀ ਪੜ੍ਹਾਈ ਦੁਬਾਰਾ ਚਾਲੂ ਕਰਵਾ ਦੇਵਾਂਗਾ। ਪ੍ਰਮੋਦ ਅੰਕਲ ਦੀਆਂ ਗੱਲਾਂ ਸੁਣ ਕੇ ਮੈਨੂੰ ਥੋੜ੍ਹਾ ਰਾਹਤ ਮਿਲੀ, ਕਿਉਂਕਿ ਪਾਪਾ ਪ੍ਰਮੋਦ ਅੰਕਲ ਦੀ ਹਰ ਗੱਲ ਮੰਨਦੇ ਸੀ। ਪ੍ਰਮੋਦ ਅੰਕਲ ਕਿਸੇ ਦਿਨ ਪਾਪਾ ਨੂੰ ਇਹ ਗੱਲ ਕਹਿੰਦੇ। ਇਸ ਤੋਂ ਪਹਿਲਾਂ ਮੇਰੀ ਜ਼ਿੰਦਗੀ ਨੇ ਇੱਕ ਹੋਰ ਨਵਾਂ ਮੋੜ ਲਿਆ। ਇੱਕ ਦਿਨ ਮੈਂ ਰਾਤ ਨੂੰ ਗੂੜ੍ਹੀ ਨੀਂਦ ਵਿੱਚ ਸੁੱਤੀ ਪਈ ਸੀ ਕਿ ਪਾਪਾ ਅਚਾਨਕ ਮੇਰੇ ਕਮਰੇ ਵਿੱਚ ਆਏ ਤਾਂ ਮੇਰੇ ਮੋਬਾਈਲ ਦੀ ਘੰਟੀ ਵੱਜ ਰਹੀ ਸੀ। ਤਾਂ ਮੇਰੇ ਪਾਪਾ ਨੇ ਮੇਰਾ ਮੋਬਾਈਲ ਚੁੱਕਿਆ ਤਾਂ ਫੋਨ 'ਤੇ ਆਸ਼ੂਤੋਸ਼ ਸੀ। ਉਹਨੇ ਮੈਨੂੰ ਇਹ ਪੁੱਛਣ ਲਈ ਫੋਨ ਕੀਤਾ ਸੀ ਕਿ ਉਸ ਨੂੰ ਪਤਾ ਚੱਲਿਆ ਹੈ ਕਿ ਉਸ ਦੇ ਕਾਰਨ ਨਾਲ ਮੇਰੀ ਪੜ੍ਹਾਈ ਬੰਦ ਕਰਵਾ ਦਿੱਤੀ ਗਈ ਹੈ। ਇਹ ਗੱਲ ਮੇਰੀ ਸਹੇਲੀ ਸ਼੍ਰੇਤਾ ਤੋਂ ਉਸ ਨੂੰ ਹੁਣੇ ਪਤਾ ਲੱਗੀ ਤਾਂ ਉਸ ਨੂੰ ਬੁਰਾ ਲੱਗਿਆ ਅਤੇ ਉਸਨੇ ਤੁਰੰਤ ਫੋਨ ਕਰ ਲਿਆ, ਪਰ ਪਾਪਾ ਨੇ ਉਸ ਕਾਲ ਦਾ ਵੀ ਗਲਤ ਮਤਲਬ ਕੱਢ ਲਿਆ। ਉਹਨਾਂ ਨੂੰ ਲੱਗਿਆ ਕਿ ਆਸ਼ੂਤੋਸ਼ ਨਾਲ ਮੇਰਾ ਸੱਚਮੁੱਚ ਡੂੰਘਾ ਰਿਸ਼ਤਾ ਹੈ। ਉਸ ਰਾਤ ਤੋਂ ਮੇਰੇ ਪਿਤਾ ਨੇ ਮੇਰਾ ਮੋਬਾਈਲ ਫੋਨ ਖੋਹ ਲਿਆ ਅਤੇ ਮੈਨੂੰ ਕਮਰੇ ਤੋਂ ਬਾਹਰ ਜਾਣੇ ਨਿਕਲਣੇ ਤੱਕ ਮਨ੍ਹਾ ਕਰ ਦਿੱਤਾ। ਇਹ ਸਭ ਹੋਣੇ ਤੋਂ ਬਾਅਦ ਮੈਂ ਸਾਰਾ ਸਮਾਂ ਕਮਰੇ ਵਿੱਚ ਬੰਦ ਰਹਿੰਦੀ। ਕਈ ਵਾਰ ਪ੍ਰਮੋਦ ਅੰਕਲ ਮੈਨੂੰ ਮੇਰੇ ਕਮਰੇ ਵਿੱਚ ਮਿਲਣ ਆਉਂਦੇ ਸਨ। ਉਹ ਮੈਨੂੰ ਸਮਝਾਉਂਦੇ ਹੋਏ ਕਹਿੰਦੇ, ਬਸ ਕੁਝ ਦਿਨ ਉਡੀਕ ਕਰ, ਮੈਂ ਤੇਰੇ ਪਾਪਾ ਨੂੰ ਤੇਰੀ ਪੜ੍ਹਾਈ ਲਈ ਮਨਾ ਲਵਾਂਗਾ। ਇਨ੍ਹਾਂ ਸਾਰੀਆਂ ਗੱਲਾਂ ਨੂੰ 2 ਦਿਨ ਵੀ ਨਹੀਂ ਹੋਏ ਸਨ। ਇੱਕ ਦਿਨ ਪਿਤਾ ਜੀ ਮੇਰੇ ਕਮਰੇ ਵਿੱਚ ਆਏ ਅਤੇ ਮੈਨੂੰ ਕਿਹਾ ਕਿ ਅੱਜ ਤੋਂ ਬਾਅਦ ਤੂੰ ਮੇਰੇ ਕਮਰੇ ਵਿੱਚ ਸੋਇਆ ਕਰੇਂਗੀ। ਮੈਂ ਇੱਕ ਜਵਾਨ ਲੜਕੀ ਸੀ ਅਤੇ ਪਿਤਾ ਨਾਲ ਸੌਣਾ ਮੇਰੇ ਲਈ ਸ਼ਰਮ ਦੀ ਗੱਲ ਸੀ। ਮੈਂ ਪਾਪਾ ਨੂੰ ਕਿਹਾ, ਮੈਂ ਆਪਣੇ ਕਮਰੇ ਵਿੱਚ ਠੀਕ ਹਾਂ। ਮੇਰੀ ਗੱਲ ਸੁਣ ਕੇ ਪਾਪਾ ਨੇ ਗੁੱਸੇ ਵਿੱਚ ਕਿਹਾ, ਕਿਉਂ, ਰਾਤ ਦੇ ਸਮੇਂ ਕਮਰੇ ਵਿੱਚ ਤੈਨੂੰ ਕੌਣ ਮਿਲਣ ਆਉਂਦਾ ਹੈ? ਪਿਤਾ ਜੀ ਦੀ ਇਹੋ ਜਿਹੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਮੈਂ ਰੋਂਦੇ ਹੋਏ ਉਹਨਾਂ ਨੂੰ ਕਿਹਾ, ਇੱਕ ਵਾਰ ਆਪਣੀ ਧੀ ਉੱਤੇ ਭਰੋਸਾ ਕਰੋ। ਪਾਪਾ ਨੇ ਕਿਹਾ, ਜਿੰਨਾ ਭਰੋਸਾ ਕਰਨਾ ਸੀ ਮੈਂ ਕਰ ਲਿਆ ਹੈ, ਪਰ ਅੱਜ ਤੋਂ ਬਾਅਦ ਤੂੰ ਮੇਰੇ ਕਮਰੇ ਵਿੱਚ ਹੀ ਸੋਇਆ ਕਰੇਂਗੀ। ਉਸ ਦਿਨ ਤੋਂ ਮੇਰੇ ਪਿਤਾ ਜੀ ਨੇ ਮੈਨੂੰ ਆਪਣੇ ਕਮਰੇ ਵਿੱਚ ਸੁਲਾਉਣਾ ਸ਼ੁਰੂ ਕਰ ਦਿੱਤਾ। ਪਾਪਾ ਦੇ ਕਮਰੇ ਵਿੱਚ ਸੌਂਦੇ ਸਮੇਂ ਮੈਂ ਸਾਰੀ ਰਾਤ ਜਾਗ ਕੇ ਗੁਜ਼ਾਰ ਦਿੰਦੀ, ਕਿਉਂਕਿ ਮੈਨੂੰ ਪਾਪਾ ਦੇ ਕਮਰੇ ਵਿੱਚ ਸੌਣਾ ਚੰਗਾ ਨਹੀਂ ਲੱਗਦਾ ਸੀ। ਸਾਰੀ ਰਾਤ ਜਾਗਣੇ ਦੇ ਕਾਰਨ ਨਾਲ ਜਦ ਮੈਂ ਆਪਣੇ ਕਮਰੇ ਵਿੱਚ ਜਾਂਦੀ ਤਾਂ ਪੂਰਾ ਦਿਨ ਸੌਂਦੇ ਹੋਏ ਗੁਜ਼ਾਰ ਦਿੰਦੀ। ਹੁਣ ਇਨ੍ਹਾਂ ਸਾਰੀਆਂ ਘਟਨਾਵਾਂ ਨੂੰ 3 ਮਹੀਨੇ ਬੀਤ ਚੁੱਕੇ ਹਨ ਕਿ ਅਚਾਨਕ ਮੇਰੀ ਸਿਹਤ ਵਿਗੜਨ ਲੱਗੀ। ਇਹੋ ਜਿਹਾ ਲੱਗ ਰਿਹਾ ਸੀ ਕਿ ਮੇਰਾ ਸਿਰ ਭਾਰੀ ਹੋ ਰਿਹਾ ਹੈ ਅਤੇ ਮੈਨੂੰ ਚੱਕਰ ਆ ਰਹੇ ਹਨ। ਜਿਵੇਂ ਹੀ ਮੇਰੇ ਪਿਤਾ ਜੀ ਨੇ ਮੇਰੀ ਵਿਗੜਦੀ ਸਿਹਤ ਨੂੰ ਦੇਖਿਆ, ਉਹਨਾਂ ਨੂੰ ਯਕੀਨ ਹੋ ਗਿਆ ਕਿ ਮੈਂ ਗਰਭਵਤੀ ਹਾਂ। ਮੇਰੀ ਹਾਲਤ ਦੇਖ ਕੇ ਪਿਤਾ ਜੀ ਨੇ ਗੁੱਸੇ ਨਾਲ ਮੈਨੂੰ ਕਿਹਾ, ਦੇਖ, ਤੇਰੇ ਗਲਤ ਕੰਮ ਦਾ ਨਤੀਜਾ ਸਾਡੇ ਸਾਹਮਣੇ ਆ ਗਿਆ। ਜਿਸ ਗੱਲ ਦਾ ਸਾਨੂੰ ਡਰ ਸੀ ਉਹ ਹੋਈ।
ਤੂੰ ਉਸ ਮੁੰਡੇ ਨਾਲ ਫ਼ੋਨ 'ਤੇ ਗੱਲਾਂ ਹੀ ਨਹੀਂ ਕਰਦੀ ਸੀ। ਸਾਡੇ ਖਾਨਦਾਨ ਦੀ ਇੱਜ਼ਤ ਵੀ ਮਿੱਟੀ 'ਚ ਮਿਲਾ ਦਿੱਤੀ। ਹੁਣ ਅਸੀਂ ਕਿਤੇ ਵੀ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਹੇ। ਪਾਪਾ ਦੀਆਂ ਇਹ ਗੱਲਾਂ ਸੁਣ ਕੇ ਮੇਰੇ ਸਿਰ 'ਤੇ ਆਸਮਾਨ ਡਿੱਗ ਗਿਆ। ਪਾਪਾ ਬਦਨਾਮੀ ਦੇ ਡਰ ਤੋਂ ਨਾ ਤਾਂ ਮੈਨੂੰ ਹੌਸਪੀਟਲ ਲਿਜਾਣਾ ਚਾਹੁੰਦੇ ਸੀ ਅਤੇ ਨਾ ਹੀ ਮੇਰੀ ਕਿਸੇ ਗੱਲਾਂ 'ਤੇ ਵਿਸ਼ਵਾਸ ਕਰ ਰਹੇ ਸੀ। ਇਸ ਸਭ ਹੋਣੇ ਤੋਂ ਬਾਅਦ ਪਾਪਾ ਜੀ ਨੇ ਤੁਰੰਤ ਫ਼ੋਨ ਕਰਕੇ ਪ੍ਰਮੋਦ ਅੰਕਲ ਨੂੰ ਘਰ ਬੁਲਾਇਆ ਅਤੇ ਇਹ ਖਬਰ ਉਹਨਾਂ ਨੂੰ ਇਸ ਤਰ੍ਹਾਂ ਸੁਣਾਈ ਕਿ ਮੈਂ ਸ਼ਰਮਸਾਰ ਹੋ ਗਈ। ਇਹ ਖਬਰ ਸੁਣ ਕੇ ਪ੍ਰਮੋਦ ਅੰਕਲ ਵੀ ਪਰੇਸ਼ਾਨ ਹੋ ਗਏ ਅਤੇ ਉਹਨਾਂ ਨੇ ਮੇਰੇ ਵੱਲ ਦੇਖਿਆ ਅਤੇ ਕਿਹਾ, ਮਾਨਸੀ, ਪਹਿਲਾਂ ਮੈਂ ਸਮਝਦਾ ਸੀ ਕਿ ਤੁਹਾਡੇ ਪਿਤਾ ਜੀ ਨੂੰ ਕੋਈ ਗਲਤਫਹਿਮੀ ਹੈ, ਪਰ ਤੂੰ ਉਹਨਾਂ ਦੀ ਇੱਜ਼ਤ ਮਿੱਟੀ ਵਿੱਚ ਮਿਲਾ ਦਿੱਤੀ। ਤੂੰ ਆਪਣੇ ਪਾਪਾ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ। ਪ੍ਰਮੋਦ ਅੰਕਲ ਨੇ ਮੇਰੇ ਪਿਤਾ ਜੀ ਨੂੰ ਸਲਾਹ ਦਿੱਤੀ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਧੀ ਨੇ ਸੱਚਮੁੱਚ ਕੋਈ ਗਲਤ ਕੰਮ ਕੀਤਾ ਹੈ ਤਾਂ ਤੁਸੀਂ ਰਾਤੋਂ ਰਾਤ ਉਸ ਦਾ ਵਿਆਹ ਕਰਵਾ ਦਿਓ ਤਾਂ ਜੋ ਇਸ ਬੱਚੇ ਨੂੰ ਪਿਤਾ ਦਾ ਨਾਮ ਮਿਲੇ ਅਤੇ ਇਹ ਗੱਲ ਲੁਕੀ ਰਹੇ ਅਤੇ ਤੁਸੀਂ ਬਦਨਾਮੀ ਤੋਂ ਬਚ ਜਾਓ। ਮੈਨੂੰ ਪ੍ਰਮੋਦ ਅੰਕਲ ਤੋਂ ਇਹ ਉਮੀਦ ਨਹੀਂ ਸੀ। ਮੈਨੂੰ ਲੱਗਦਾ ਸੀ ਕਿ ਸ਼ਾਇਦ ਉਹ ਮੇਰੀਆਂ ਗੱਲਾਂ ਨੂੰ ਸਮਝਣਗੇ। ਪਾਪਾ ਅਤੇ ਪ੍ਰਮੋਦ ਅੰਕਲ ਹੁਣ ਇਹ ਸਾਰੀਆਂ ਗੱਲਾਂ ਕਰ ਹੀ ਰਹੇ ਸਨ ਜਦੋਂ ਸਾਡਾ ਨੌਕਰ ਆਲੋਕ ਦੋਹਾਂ ਲਈ ਚਾਹ ਲੈ ਆਇਆ। ਆਲੋਕ ਨੂੰ ਆਪਣੇ ਸਾਹਮਣੇ ਦੇਖ ਕੇ ਪਿਤਾ ਨੇ ਅਚਾਨਕ ਉਸ ਨੂੰ ਪੁੱਛਿਆ, ਕੀ ਕਿਹਾ ਤੂੰ ਮਾਨਸੀ ਨਾਲ ਵਿਆਹ ਕਰੇਂਗਾ? ਬਾਕੀ ਦੀ ਕਹਾਣੀ ਅਗਲੇ ਭਾਗ ਵਿੱਚ। ਧੰਨਵਾਦ ਜੀ।